ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਅੜੀ ਹੋਈ ਹੈ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਪੱਤਰਕਾਰ ਸੁਨੀਲ ਹਿਮਾਚਲੀ ਜੀ, ਲੈਂਦੇ ਉਹਨਾਂ ਤੋਂ ਪੂਰੀ ਜਾਣਕਾਰੀ। ਸੁਨੀਲ ਜੀ, ਕਿਸਾਨਾਂ ਵੱਲੋਂ ਕੱਲ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਸਤਾਵ ਪੱਤਰ ਭੇਜਿਆ ਗਿਆ ਸੀ ਉਹ ਖਾਰਜ ਕੀਤਾ ਗਿਆ ਕਿਸਾਨਾਂ ਵੱਲੋਂ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ गई सी ਖੇਤੀਬਾੜੀ ਮੰਤਰੀ ਵੱਲੋਂ। ਕੀ ਕਹਿਣਾ ਤੁਹਾਡਾ? देखो, खेतीबाड़ी मंत्री ने प्रेस कॉन्फ्रेंस की तो उसका ठोकमा जवाब मैं कहूँगा किसान जथेबंदियां वालों भी दे दिता गया जी। पहला खेतीबाड़ी मंत्री ने सारियां गल्लां कहियां, सब कुछ उन्होंने दस्या जी। उन्होंने नवीं गल ये भी कही जो मैं उन्होंने देख रहा सी सारी प्रेस कॉन्फ्रेंस। उन्होंने कहा कि पैन कार्ड तो हुण जिहड़ी आ ओह खेती दी खरीद जो भी हैगी आ ओह हो सकदी आ जी। मैं पूछना चाहूँगा खेतीबाड़ी मंत्री तो कि साडे किसान ਜਿਹੜੇ ਮੰਡੀਆਂ 'ਚ ਬੈਠੇ ਹੋਏ ਨੇ, ਜਿਨ੍ਹਾਂ ਨੂੰ ਅਜੇ ਤੱਕ ਸ਼ਾਇਦ ਮੈਨੂੰ ਲੱਗਦਾ ਇਹ ਨਾ ਸੋਚਣ ਕਿ ਉਹ ਅਨਪੜ੍ਹ ਨੇ ਜਾਂ ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਨਹੀਂ, ਕਿ ਉਹ ਪੈਨ ਕਾਰਡ ਉਹਨਾਂ ਲੋਕਾਂ ਕੋਲ ਹੋਏਗਾ, ਕਿ ਉਹ ਇੰਨੇ ਅਮੀਰ ਨੇ ਕਿ ਉਹਨਾਂ ਨੂੰ ਪਤਾ ਕਿ ਉਹ ਪੈਨ ਕਾਰਡ ਹੈ ਕੀ ਚੀਜ਼। ਖੇਤੀਬਾੜੀ ਮਿਨਿਸਟਰ ਨੂੰ ਏਸੀ ਰੂਮ 'ਚੋਂ ਬਾਹਰ ਆ ਕੇ ਗਰਾਊਂਡ ਤੇ ਦੇਖਣਾ ਚਾਹੀਦਾ। ਤੇ ਦੂਜੀ ਗੱਲ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਨੇ ਠੋਕਮਾ ਜਵਾਬ ਦਿੱਤਾ ਕਿ ਜੇਕਰ ਸਰਕਾਰ ਇੱਕ ਕਾਨੂੰਨ ਰੱਦ ਕਰ ਦਿੰਦੀ ਆ ਤਾਂ ਉਹਦਾ नुकसान की होएगा। अज प्रैस कॉन्फ्रेंस खेतीबाड़ी मंत्री नरेंद्र तोमर दी साडे जिन्ने भी किसान जथेबंदियां दे आगू सीगे उन्होंने भी सुनी जी। देश दे मीडिया ने सारी वो पत्रकारिता जिन्ने भी वधिया तरीके नाल करते हैं उन्होंने वो लाइनां हाईलाइट करके भी विखाइयां। असी भी प्रैस कॉन्फ्रेंस जिहड़ी अपने दर्शकों नूं दिखाई। असी उन्होंने जिहड़े जिन्ने भी साडे किसान जथेबंदियां दे आगू बैठे ने या जिहड़े किसान प्रोटेस्ट कर रहे ने ਬੋਰਡਰਾਂ ਤੇ ਬਹਿ ਕੇ ਰਾਤ ਦਿਨ ਇੰਨੀ ਠੰਡ ਦੇ ਵਿੱਚ, ਜਦ ਠੰਡ ਦੇ ਵਿੱਚੋਂ ਰਾਤ ਦਿਨ ਇੱਕੋ ਹੀ ਮੰਗ ਕਰ ਰਹੇ ਨੇ ਕਿ ਇਹ ਕਾਲਾ ਕਾਨੂੰਨ ਸਿਰਫ ਰੱਦ ਹੋਣਾ ਚਾਹੀਦਾ। ਤਾਂ ਅੱਜ ਉਹੀ ਗੱਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਹੀ ਕਿ ਇਹ ਕਾਲਾ ਕਾਨੂੰਨ ਜੇਕਰ ਸਰਕਾਰ ਰੱਦ ਕਰ ਦਿੰਦੀ ਆ ਤਾਂ ਉਹਨੂੰ ਨੁਕਸਾਨ ਕੀ ਹੋਏਗਾ। ਦੇਖੋ, 3 ਕਾਨੂੰਨਾਂ ਨੂੰ ਲੈ ਕੇ ਪਿਛਲੇ 2-2.5 ਮਹੀਨੇ ਹੋ ਗਏ ਲਗਾਤਾਰ ਪ੍ਰੋਟੈਸਟ ਚੱਲ ਰਿਹਾ। 12 ਤੇ 14 ਤਰੀਕ ਨੂੰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕੱਲ ਐਲਾਨ ਕਰ ਦਿੱਤਾ ਸੀ ਜਦ ਸਰਕਾਰ ਨੇ ਪ੍ਰਸਤਾਵ ਭੇਜਿਆ ਸੀ ਕਿ ਮੁੜ ਤੋਂ ਗੱਲਬਾਤ ਹੋਵੇ। 5 ਵਾਰੀ ਗੱਲਬਾਤ ਹੋ ਚੁੱਕੀ, 6ਵੀਂ ਵਾਰੀ ਅਮਿਤ ਸ਼ਾਹ ਨਾਲ ਗੱਲਬਾਤ ਹੋਈ। ਕਿਸਾਨ ਜਥੇਬੰਦੀਆਂ ਦੇ ਆਗੂ ਜਦ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਖੇਤੀਬਾੜੀ ਮਿਨਿਸਟਰ ਨੇ ਨਰਿੰਦਰ ਤੋਮਰ ਨੇ ਸੱਚ ਨਹੀਂ ਬੋਲਿਆ ਬਲਕਿ ਝੂਠ ਬੋਲਿਆ ਜੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਨੇ। ਤੇ ਜਦ ਠੰਡ ਦੇ ਬਾਰੇ ਸਵਾਲ ਪੁੱਛਿਆ ਗਿਆ, ਕਿਉਂਕਿ ਠੰਡ ਦੀ ਅਸੀਂ ਇੱਕ ਰਿਪੋਰਟ ਵੀ ਵਿਖਾਈ ਸੀ ਕਿ ਕਿੱਦਾਂ ਆਪਣਾ ਮੈਂ ਭੁੱਲ ਗਿਆ ਉਹ ਥਾਂ ਦਾ ਨਾ, ਪੰਜਾਬ ਦਾ ਇੱਕ ਪਿੰਡ ਪੈਂਦਾ ਕਿਸੇ ਸ਼ਹਿਰ ਲਹਿਰਾ ਗਾਗਾ ਦਾ ਆਂਦਾ ਉਹ ਪਿੰਡ ਸੇਖੂਪੁਰਾ ਉਸ ਦਾ ਨਾਂ, ਤੇ ਉੱਥੇ ਕਿੱਦਾਂ ਬੀਬੀਆਂ ਜਿਹੜੀਆਂ ਨੇ ਉਹ ਤਿਆਰ ਕਰ ਰਹੀਆਂ ਨੇ ਕੋਟੀਆਂ ਕੰਬਲ ਸਾਰੀਆਂ ਚੀਜ਼ਾਂ ਉਹ ਉੱਥੇ ਭੇਜ ਰਹੀਆਂ ਨੇ। ਕਾਫੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਵੀ ਨੇ ਉਹਨਾਂ ਨੇ ਵੀ ਉਹ ਕੰਬਲ ਭੇਜੇ ਨੇ ਉੱਥੇ। ਤੇ ਠੰਡ ਦੇ ਸਵਾਲ ਦੇ ਵਿੱਚ ਜਦ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਨੂੰ ਬੜੀ ਕਿਸਾਨਾਂ ਦੀ ਚਿੰਤਾ, ਕਿਉਂਕਿ ਉਹ ਠੰਡ 'ਚ ਬੈਠੇ ਨੇ, ਸਾਡੇ ਬਜ਼ੁਰਗ ਬੀਵੀਆਂ ਬਾਬੇ ਉੱਥੇ ਠੰਡ 'ਚ ਬੈਠੇ ਨੇ, ਬੱਚੇ ਠੰਡ 'ਚ ਬੈਠੇ ਨੇ। ਤੇ ਕਿਸਾਨਾਂ ਨੇ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਮਗਰਮੱਛ 'ਚ ਅਥਰੂ ਨੇ ਜੀ, ਹੰਝੂ ਜਿਹੜੇ ਉਹ ਬਹਾ ਰਹੇ ਨੇ, ਇਹ ਸਾਰਾ ਜਿਹੜਾ ਇਹ ਝੂਠ ਬੋਲ ਰਹੇ ਨੇ, ਇਹਦੇ ਵਿੱਚ ਕੋਈ ਗੱਲ ਨਹੀਂ ਹੈ। ਤੇ ਦੂਜੀ ਸਭ ਤੋਂ ਵੱਡੀ ਗੱਲ ਮਨਜੀਤ ਮੈਂ ਦੱਸਣਾ ਚਾਹੂੰਗਾ ਕਿ ਅੱਜ ਦੋਨੋਂ ਪ੍ਰੈਸ ਕਾਨਫਰੰਸ ਸੁਣੀਆਂ ਗਈਆਂ ਜੀ। ਹਰ ਇੱਕ ਚੀਜ਼ ਨੂੰ ਅਗਰ ਕੋਟ ਇਨ ਕੋਟ ਕਰਕੇ ਵੇਖਿਆ ਜਾਵੇ ਤਾਂ ਪ੍ਰਸਤਾਵ 'ਚ ਕੁਛ ਨਹੀਂ ਸੀਗਾ, ਕਿਸਾਨ ਜਥੇਬੰਦੀਆਂ ਨੇ ਇਹ ਕਿਹਾ। ਤੇ ਦੂਜੀ ਗੱਲ, ਨਰਿੰਦਰ ਤੋਮਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਟ੍ਰੇਡ ਦੀ ਜਿਹੜੀ ਗੱਲ ਕਰਤੀ, ਕੰਜ਼ਿਊਮਰ ਦੀ ਜਿਹੜੀ ਗੱਲ ਕੀਤੀ, ਉਹ ਸਾਰੀਆਂ ਚੀਜ਼ਾਂ ਜਦ ਕਿਸਾਨ ਜਥੇਬੰਦੀਆਂ ਨੇ ਇਹੀ ਕਿਹਾ ਕਿ ਇਹ ਕਾਰਪੋਰੇਟ ਘਰਾਣਿਆਂ ਦੇ ਅੰਡਰ ਜਿਹੜੀ ਹੈ ਇੱਕ ਖੇਤੀ ਕਿਸਾਨੀ ਨੂੰ ਦੇਣਾ ਚਾਹੁੰਦੀ ਹੈ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ। ਤੇ ਸਰਕਾਰ ਨੂੰ ਉਹਨਾਂ ਨੇ ਜਿਹੜੀਆਂ ਉਹ ਲਾਂਤਾਂ ਪਾਈਆਂ ਨੇ ਹੁਣ ਤੱਕ। ਖੈਰ, ਜੋ ਵੀ ਟ੍ਰੇਡਰਸ ਐਂਡ ਕਾਰਪੋਰੇਟ ਦਾ ਨਾਮ ਜਿਹੜਾ ਵੀ ਆਂਦਾ, ਮੈਂ ਕਿਸੇ ਤੇ ਵਿਅਕਤੀਗਤ ਟਿੱਪਣੀ ਕਦੇ ਨਹੀਂ ਕਰਦਾ। ਰਾਜੇਵਾਲ ਬੂਟਾ ਸਿੰਘ ਤੇ ਬਰਾੜ ਸਾਹਿਬ ਜਿਹੜੇ ਸੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ, ਵੱਖੋ ਵੱਖੇ ਜਥੇਬੰਦੀਆਂ ਦੇ ਆਗੂ ਉੱਥੇ ਮੌਜੂਦ ਸੀਗੇ। ਉਹਨਾਂ ਨੇ ਨਰਿੰਦਰ ਮੋਦੀ ਦੀ ਬਣਾਏ 3 ਕਾਲੇ ਕਾਨੂੰਨ ਜਿਹੜੀ ਸਰਕਾਰ ਕੇਂਦਰ ਦੀ ਆ ਉਹਨਾਂ ਦੀ ਪੂਰੀ ਤਰ੍ਹਾਂ ਹੁਣ ਵੱਡੇ ਰੂਪ 'ਚ ਅੰਦੋਲਨ ਛੇੜਨ ਦੀ ਤਿਆਰੀ ਦਾ ਵੀ ਕਿਤੇ ਨਾ ਕਿਤੇ ਆਹਵਾਨ ਅੱਜ ਦੀ ਪ੍ਰੈਸ ਕਾਨਫਰੰਸ 'ਚ ਹੁੰਦਾ ਵਿਖਿਆ। ਕਿਉਂਕਿ ਨਰਿੰਦਰ ਤੋਮਰ ਨੇ ਜੋ ਗੱਲਾਂ ਕਹੀਆਂ ਨੇ, ਜੋ MSP ਦੀ ਗੱਲ ਕਹੀ ਆ, ਤੇ ਇੱਕ ਹੋਰ ਬੜੀ ਵੱਡੀ ਗੱਲ ਆ ਕਿ ਜ਼ਮੀਨ ਕੁਰਕ ਨਹੀਂ ਹੋਏਗੀ। ਤੇ ਕਿਸਾਨ ਆਗੂ ਅੱਜ ਜਦ ਮੀਡੀਆ ਨੂੰ ਸੰਬੋਧਿਤ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮਤਾ ਹੈ, ਮਤੇ ਦਾ ਜਿਹੜਾ 14/7 ਪੈਰਾਗ੍ਰਾਫ ਆ ਉਹ ਨਰਿੰਦਰ ਮਾਫੀ ਚਾਹੂੰਗਾ
ਤੋਮਰ ਸਾਹਿਬ ਨੂੰ ਪੜ੍ਹਨਾ ਚਾਹੀਦਾ, ਜਿਹੜੇ ਖੇਤੀਬਾੜੀ ਮੰਤਰੀ ਨੇ, ਕਿ ਉਸ ਪੈਰਾਗ੍ਰਾਫ 'ਚ ਲਿਖਿਆ ਕੀ ਆ। ਜਿਹੜੇ ਤੋਮਰ ਸਾਹਿਬ ਕਹਿ ਕੇ ਗਏ ਆਪਣੀ ਪ੍ਰੈਸ ਕਾਨਫਰੰਸ 'ਚ ਕਿ ਜ਼ਮੀਨ ਦੀ ਕੁਰਕੀ ਨਹੀਂ ਹੋਏਗੀ, ਤਾਂ ਕੁਰਕੀ ਵਾਲੇ ਪਾਸੇ ਵੀ ਉਹਨਾਂ ਨੇ ਗੱਲ ਦੱਸੀ। ਦੂਜੇ ਪਾਸੇ ਦੇਖੋ ਹੁਣ ਕਾਨੂੰਨ ਰੱਦ ਹੁੰਦੇ ਨੇ ਨਹੀਂ ਹੁੰਦੇ ਨੇ, ਇਹ ਤਾਂ ਹੁਣ ਵਕਤ ਤੇ ਸਰਕਾਰ ਦੇ ਹੱਥ ਆ। ਤੇ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹਦੇ 'ਚ ਅਪਡੇਸ਼ਨ ਹੋ ਸਕਦੀ ਹੈ, ਇਹ ਰੱਦ ਨਹੀਂ ਹੋ ਸਕਦੇ। ਤਾਂ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਸਰਕਾਰ ਨੂੰ ਇੱਕ ਵਾਰੀ ਚੇਤੇ ਦਿਲਾਤਾ ਤੇ ਯਾਦ ਕਰਵਾਤਾ ਕਿ ਇਸ ਤੋਂ ਪਹਿਲਾਂ ਵੀ ਕਾਨੂੰਨ ਕਿਹੜੇ ਰੱਦ ਹੋਏ ਨੇ। UAPA ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਇਹ ਸਾਰੀਆਂ ਚੀਜ਼ਾਂ ਦੇਖੋ ਸਰਕਾਰ ਤੇ ਜਿੰਨੇ ਵੀ ਸਵਾਲ ਅੱਜ ਜਥੇਬੰਦੀਆਂ ਨੇ ਖੜੇ ਕੀਤੇ ਨੇ ਨਰਿੰਦਰ ਤੋਮਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ, ਤੇ ਇਸ ਤੋਂ ਸਾਫ਼ ਤੌਰ ਤੇ ਇਹੀ ਇੱਕ ਗੱਲ ਕਿਸਾਨ ਆਗੂਆਂ ਨੇ ਕਹੀ ਕਿ ਬਾਰ-ਬਾਰ ਜਿਹੜੀ ਆ ਉਹ ਕਿਸਾਨਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਜਿਹੜੀ ਆ ਉਹ ਕੇਂਦਰ ਦੀ ਮੋਦੀ ਸਰਕਾਰ ਮੂਰਖ ਬਣਾ ਰਹੀ ਆ। ਤੇ ਗੋਦੀ ਮੀਡੀਆ ਤੇ ਵੀ ਉਹਨਾਂ ਨੇ ਸਵਾਲ ਚੁੱਕੇ। ਹੁਣ ਇਹ ਗੋਦੀ ਮੀਡੀਆ ਕਿਹੜਾ, ਇਹ ਤਾਂ ਕਿਸਾਨ ਆਗੂਆਂ ਨੂੰ ਪਤਾ ਤੇ ਸਰਕਾਰ ਨੂੰ ਪਤਾ ਕਿ ਕਿਉਂ ਬਾਰ-ਬਾਰ ਗੋਦੀ ਮੀਡੀਆ ਦਾ ਨਾਂ ਜਿਹੜਾ ਉਹ ਬਾਰ-ਬਾਰ ਕਿਸਾਨ ਆਗੂ ਕਰਦੇ ਨੇ। ਦੂਜੀ ਵੱਡੀ ਗੱਲ ਦੇਖੋ ਹਰਿਆਣੇ ਦੇ ਵਿੱਚ ਕੀ ਕੁਝ ਸਥਿਤੀ ਆ। ਹਰਿਆਣਾ ਦੇ ਜਿਹੜੇ ਡਿਪਟੀ ਸੀਐਮ ਨੇ ਦੁਸ਼ਯੰਤ ਚੌਟਾਲਾ, ਉਹਨਾਂ ਦਾ ਇੱਕ ਬਿਆਨ ਆਇਆ, ਉਹਦੇ ਵਿੱਚ ਕੈਪਟਨ ਸਾਹਿਬ ਨੇ ਉਹਨਾਂ ਨੂੰ ਟਾਰਗੇਟ ਕੀਤਾ, ਪੂਰਾ ਆਰੋਪ ਲਗਾਏ ਕਿ ਕੈਪਟਨ ਸਾਹਿਬ ਨੇ ਖਾਦ ਤੇ ਬੀਜ ਦੀ ਜਿਹੜੀ ਉਹ ਭਰਪਾਈ ਨਹੀਂ ਕਰ ਪਾਈ ਜਾਂ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾ ਪਾਏ। ਇਸ ਕਰਕੇ ਕਿਸਾਨਾਂ ਨੂੰ ਉਹ ਜਿਹੜੇ ਨੇ ਅੰਦੋਲਨ ਤੇ ਰਾਹ ਤੇ ਉਹਨਾਂ ਨੇ ਪਾਤਾ। ਆਰੋਪ ਲਗਾਏ ਨੇ ਕਿ ਇਸ ਤੋਂ ਪਹਿਲਾਂ ਕਈ ਮਿਨਿਸਟਰ ਵੀ ਆਰੋਪ ਲਗਾ ਚੁੱਕੇ ਨੇ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇੱਕ ਕਰਿਆ ਧਰਿਆ ਸਭ ਕੁਛ ਹੈ, ਤੇ ਇਸ ਕਰਕੇ ਜਿਹੜੇ ਨੇ ਕਿਸਾਨ ਆਗੂ ਪ੍ਰੋਟੈਸਟ ਕਰ ਰਹੇ ਨੇ। ਤੇ ਦੂਜੀ ਪਾਸੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨੇ, ਮੈਂ ਡਿਪਟੀ ਸੀਐਮ ਦੀ ਗੱਲ ਕੀਤੀ, ਹੁਣ ਮੁੱਖ ਮੰਤਰੀ ਦੀ ਗੱਲ ਵੀ ਦੱਸਦਾ। ਉਹਨਾਂ ਨੇ 17 ਤਰੀਕ ਨੂੰ ਇੱਕ ਮੀਟਿੰਗ ਸੱਦੀ ਆ, ਵੱਖ-ਵੱਖ ਉਹਦੇ 'ਚ ਨੁਮਾਇੰਦੇ ਸ਼ਾਮਿਲ ਹੋਣਗੇ। ਤਾਂ ਕਿਤੇ ਨਾ ਕਿਤੇ ਤਿਆਰੀ ਹੋ ਸਕਦੀ ਆ ਕਿ ਹੁਣ ਇਹ ਅੰਦੋਲਨ ਨੂੰ ਕਿਵੇਂ ਰੋਕਿਆ ਜਾਵੇ। ਦੇਖੋ 12 ਤਰੀਕ ਨੂੰ ਜੋ ਕੁਝ ਹੋਣਾ, ਜਿੱਥੇ-ਜਿੱਥੇ ਜੈਪੁਰ ਦਿੱਲੀ ਹਾਈਵੇ ਬੰਦ ਕਰਨ ਦੀ ਗੱਲ ਕਹੀ ਗਈ ਆ, ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਗੱਲ ਕਹੀ ਗਈ ਆ, ਫ੍ਰੀ ਹੋ ਜਾਣੇ ਨੇ ਉਸ ਦਿਨ, ਤੇ ਉਸ ਤੋਂ ਬਾਅਦ ਰੇਲਾਂ ਰੋਕੀਆਂ ਜਾਣੀਆਂ ਨੇ ਜਾਂ ਅਜੇ ਨਹੀਂ, ਇਸ ਬਾਰੇ ਅਜੇ ਕੋਈ ਡਿਸੀਜਨ ਨਹੀਂ ਹੋਇਆ। ਤੇ ਇਸ ਦੇ ਨਾਲ 14 ਤਰੀਕ ਨੂੰ ਇੱਕ ਪੂਰੇ ਦੇਸ਼ ਭਰ 'ਚ ਕਿਸਾਨ ਅੰਦੋਲਨ ਦਾ ਰੂਪ ਜਿਹੜਾ ਵੇਖਿਆ ਜਾਣਾ। ਤੇ ਦੂਜੀ ਵੱਡੀ ਗੱਲ, ਹੁਣ ਦੇਖੋ ਸਰਕਾਰ ਹਮੇਸ਼ਾ ਮਨਜੀਤ ਕੋਈ ਨਾ ਕੋਈ ਚਾਲ ਜਿਹੜੀ ਆ ਉਹ ਚਲਦੀ ਰਹਿੰਦੀ ਆ। ਚਾਲ ਇਸ ਕਰਕੇ ਸ਼ਬਦ ਯੂਜ਼ ਕਰ ਰਹੇ ਆ, ਰਣਨੀਤੀ ਬਣਾਉਂਦੀ ਆ ਕਿ ਜਿਹੜੀ ਸੂਬੇ ਦੀ ਸਰਕਾਰ ਆ ਉਹ ਚਾਹੁੰਦੀ ਹੈ ਕਿ ਜਨਤਾ ਪਰੇਸ਼ਾਨ ਨਾ ਹੋਵੇ, ਕਿਉਂਕਿ ਹਰ ਕੋਈ ਇਹੀ ਚਾਹੁੰਦਾ ਕਿ ਜਨਤਾ ਦੇ ਹੱਕ ਦੇ ਵਿੱਚ ਕਦਮ ਚੁੱਕੇ ਜਾਣ। ਲੇਕਿਨ ਕੇਂਦਰ ਸਰਕਾਰ ਨੇ ਜੋ ਕਦਮ ਚੁੱਕਿਆ, ਦੇਖੋ ਲੱਖਾਂ ਦੀ ਗਿਣਤੀ 'ਚ ਅੱਜ ਉੱਥੇ ਲੋਕ ਪਹੁੰਚੇ ਹੋਏ ਨੇ ਬਾਰਡਰਾਂ ਤੇ, ਦਿੱਲੀ ਦੇ ਬਾਰਡਰਾਂ ਤੇ ਉਹ ਇੱਕੋ ਗੱਲ ਕਹਿ ਰਹੇ ਨੇ ਕਿ ਇਹ ਕਾਲੇ ਕਾਨੂੰਨ ਜਿਹੜੇ ਨੇ, ਜਿਹਨਾਂ ਨੂੰ ਕਾਲਾ ਕਾਨੂੰਨ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨਾਂ ਵੱਲੋਂ ਕਰਾਰ ਦਿੱਤਾ ਗਿਆ, ਤੇ ਹੁਣ ਉਹਨਾਂ ਨੂੰ ਰੱਦ ਕੀਤਾ ਜਾਵੇ। ਦੇਖੋ ਦੂਜੇ ਪਾਸੇ ਗੱਲ ਇਹ ਵੀ ਕਹਿ ਹੀ ਜਾ ਰਹੀ ਸੀ ਕਿ ਕਰੋਨਾ ਵੱਧ ਸਕਦਾ, ਠੰਡ ਦੇ ਦਿਨ ਨੇ, ਸਰਦੀ ਜ਼ੁਕਾਮ ਲੋਕਾਂ ਨੂੰ ਹੋ ਜਾਂਦਾ, ਉਹਦੇ ਲਈ ਵੀ ਡਾਕਟਰਾਂ ਦੀਆਂ ਟੀਮਾਂ, ਕਈ ਸਮਾਜ ਸੇਵੀ ਇਹੋ ਜਿਹੇ ਨੇ ਜਿਹੜੇ ਆਪਣੇ ਖਰਚੇ ਤੇ ਵੱਖ-ਵੱਖ ਡਾਕਟਰਾਂ ਨੂੰ ਭੇਜ ਰਹੇ ਨੇ। ਉੱਥੇ ਜਿੰਨੀਆਂ ਵੀ ਸਹੂਲਤਾਂ ਨੇ ਸਾਰੀਆਂ ਦਿੱਤੀਆਂ ਜਾ ਰਹੀਆਂ ਨੇ। ਅਮਿਤ ਸ਼ਾਹ ਨੂੰ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਦ ਮੀਟਿੰਗ ਕਰਕੇ ਆਈਆਂ ਨੇ ਤੇ ਉਹਨਾਂ ਨੇ ਇੱਕ ਚੀਜ਼ ਅਮਿਤ ਸ਼ਾਹ ਨੂੰ ਦੱਸੀ ਆ, ਪਰ ਆਰੋਪ ਨਰਿੰਦਰ ਖੇਤੀਬਾੜੀ ਮੰਤਰੀ ਜਿਹੜੇ ਨੇ ਤੋਮਰ ਸਾਹਿਬ, ਉਹਨਾਂ ਤੇ ਲਗਾਤਾ ਕਿ ਉਹਨਾਂ ਨੇ ਪੂਰਾ ਅਪਡੇਟ ਕਿਸਾਨਾਂ ਨੂੰ ਨਹੀਂ ਦਿੱਤਾ। ਤੇ ਇਹੀ ਗੱਲ ਕਿਸਾਨ ਜਥੇਬੰਦੀਆਂ ਨੇ ਵੀ ਪੁੱਛੀ ਆ ਅਮਿਤ ਸ਼ਾਹ ਤੋਂ, ਜਿਹੜੇ ਕੁਐਸਚਨ ਉਹਨਾਂ ਨੇ ਆਪਣੇ ਇਹਦੇ 'ਚ ਕਹੇ ਅੱਜ ਪ੍ਰੈਸ ਕਾਨਫਰੰਸ 'ਚ। ਤੇ ਅਮਿਤ ਸ਼ਾਹ ਕਹਿੰਦੇ ਕਿ ਪੂਰਾ ਧਿਆਨ ਨਹੀਂ ਦੇ ਰਹੇ ਸਾਡੇ ਤੇ, ਜੇਕਰ ਧਿਆਨ ਦਿੱਤਾ ਹੁੰਦਾ ਤਾਂ ਅੱਜ ਤੱਕ ਇਹ ਅੰਦੋਲਨ ਉਹਨਾਂ ਨੂੰ ਦਿਸ ਜਾਂਦਾ। ਜਦ ਅਸੀਂ ਉਹਨਾਂ ਦਾ ਪ੍ਰਸਤਾਵ ਉਹ ਜਿਹੜਾ ਉਹਨਾਂ ਨੇ ਭੇਜਿਆ ਸੀ ਉਹਨੂੰ ਠਕਰਾਤਾ ਤਾਂ ਉਹਨਾਂ ਨੂੰ ਅੰਦੋਲਨ ਦਿਸ ਗਿਆ, ਇਸ ਤੋਂ ਪਹਿਲਾਂ ਉਹਨਾਂ ਨੂੰ ਅੰਦੋਲਨ ਨਹੀਂ ਦਿਸਿਆ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਏਗਾ ਇਹ ਤਾਂ ਵਕਤ ਹੀ ਦੱਸੇਗਾ। ਲੇਕਿਨ ਜਿਹੜਾ ਕਾਨੂੰਨ ਬਣਿਆ ਹੋਇਆ ਉਹਦਾ ਵਿਰੋਧ ਤੇ ਉਹਦੀ ਅੜ ਸਿਰਫ ਇੱਕੋ ਹੀ ਆ, ਉਹਦਾ ਹੱਲ ਇੱਕੋ ਹੀ ਆ ਕਿ ਹੱਲ ਖੇਤਾਂ 'ਚ ਤਾਂ ਹੀ ਚੱਲੇਗਾ ਜਦੋਂ ਤੱਕ ਹੱਲ ਗੱਲਬਾਤ ਨਾ ਨਿਕਲਦਾ, ਜਾਂ ਹੁਣ ਇੱਕ ਸ਼ੀਤ ਯੁੱਧ ਵੀ ਕਿਹਾ ਜਾਂਦਾ, ਹਾਲਾਂਕਿ ਉਹ ਤਾਂ ਵੱਡੇ ਲੈਵਲ ਤੇ ਹੋ ਜਾਂਦਾ ਕਿ ਬੜੀ ਸ਼ਾਂਤੀ ਦੇ ਨਾਲ ਧਰਨਾ ਪ੍ਰਦਰਸ਼ਨ। ਹੁਣ ਮੌਖਿਕ ਤੌਰ ਤੇ ਗੱਲਬਾਤ ਬੰਦ ਹੋ ਜਾਂਦੀ ਆ, ਕਿਉਂਕਿ 6 ਵਾਰੀ ਗੱਲਬਾਤ ਹੋ ਚੁੱਕੀ ਆ, 5 ਵਾਰੀ ਤਾਂ ਨੁਮਾਇੰਦਿਆਂ ਦੇ ਨਾਲ, 6ਵੀਂ ਵਾਰੀ ਅਮਿਤ ਸ਼ਾਹ ਦੇ ਨਾਲ, ਹੁਣ 7ਵੀਂ ਵਾਰੀ ਗੱਲਬਾਤ ਹੁੰਦੀ ਹੈ ਜਾਂ ਲਿਖਿਤ ਤੌਰ ਤੇ ਇਦਾਂ ਹੀ ਗੱਲਬਾਤ ਚੱਲਦੀ ਹੈ, ਪ੍ਰਸਤਾਵ ਭੇਜੇ ਜਾਂਦੇ ਨੇ। ਲੇਕਿਨ ਕਾਨੂੰਨ ਰੱਦ ਕਰਵਾਉਣ ਤੇ ਹੀ ਅੜੀਆਂ ਹੋਈਆਂ ਨੇ ਜਥੇਬੰਦੀਆਂ, ਤੇ ਜਥੇਬੰਦੀਆਂ ਜਲਦ ਹੀ ਕੋਈ 14 ਤਰੀਕ ਤੋਂ ਬਾਅਦ ਹੋਰ ਵੀ ਇਸ ਜਿਹੜਾ ਅੰਦੋਲਨ ਛੇੜਿਆ ਹੋਇਆ ਉਹਨੂੰ ਹੁੰਗਾਰਾ ਦੇ ਸਕਦੀ ਹੈ। ਸੁਨੀਲ ਜੀ, ਕਿਸਾਨਾਂ ਵੱਲੋਂ ਪ੍ਰਸਤਾਵ ਠਕਰਾਉਣ ਤੋਂ ਬਾਅਦ ਹੁਣ ਇਸ ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਆ, ਕੀ ਕਹਿਣਾ ਇਸ ਤੇ? ਦੇਖੋ ਸਿਆਸੀ ਬਿਆਨਬਾਜ਼ੀ ਦੀ ਮੈਂ ਕੀ ਕਹੂੰਗਾ, ਸਾਰੀਆਂ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ, ਲੇਕਿਨ ਪ੍ਰਸਤਾਵ ਜਦੋਂ ਠਕਰਾਇਆ ਕਿਸਾਨ ਜਥੇਬੰਦੀਆਂ ਇੱਕੋ ਗੱਲ ਕਹਿੰਦੀਆਂ ਨੇ ਕਿ ਇਹਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਵੇ। ਕਿਉਂਕਿ ਵੇਖੋ ਜਦੋਂ ਕੋਈ ਕਿਸਾਨ ਆਤਮ ਹੱਤਿਆ ਕਰਦਾ, ਜਦ ਕਿਸੇ ਕਿਸਾਨ ਨੂੰ ਫਸਲ ਦਾ ਨੁਕਸਾਨ ਹੁੰਦਾ, ਜਦ
ਖੜੀ ਫਸਲ ਤੇ ਪਾਣੀ ਫੇਰ ਜਾਂਦਾ, ਜਦ ਮੀਂਹ ਵੱਧ ਪੈ ਜਾਂਦਾ ਤਾਂ ਉਸ ਟਾਈਮ ਕਿੰਨਾ ਕੀ ਸਰਕਾਰਾਂ ਇਹਨਾਂ ਕਿਸਾਨਾਂ ਬਾਰੇ ਸੋਚਦੀਆਂ ਨੇ, ਸਾਰਿਆਂ ਨੂੰ ਪਤਾ। ਜੀ ਉਹ ਕਿਸੇ ਵੀ ਸੂਬੇ ਦੀ ਸਰਕਾਰਾਂ ਹੋਣ, ਜਿੱਥੇ ਜਿੱਥੇ ਕਿਸਾਨੀ ਹੁੰਦੀ ਆ, ਕਿਉਂਕਿ ਕੁਛ ਇੱਕ ਸਾਡੇ ਸੂਬੇ ਇਹੋ ਜਿਹੇ ਨੇ ਜਿਹੜੇ ਸਿਰਫ ਫਸਲ ਤਾਂ ਬੀਜਦੇ ਨੇ ਲੇਕਿਨ ਆਪਣੇ ਇਹਦੇ ਲਈ, ਲੇਕਿਨ ਜਿਹੜੇ ਰੈਵੋਲੂਸ਼ਨ ਲੈ ਕੇ ਆਉਂਦੇ ਨੇ, ਜਿਹੜੇ ਪੂਰੇ ਮੁਲਕ ਦਾ ਪੇਟ ਭਰਦੇ ਨੇ, ਉਹ ਘੱਟ ਹੀ ਸੂਬੇ ਨੇ। ਤੇ ਉਹਨਾਂ ਕਿਸਾਨਾਂ ਦਾ ਕੀ ਕੁਝ ਹਾਲ ਆ, ਕਿੰਨਾ ਕਿ ਉਹਨਾਂ ਤੇ ਕਰਜ਼ਾ, ਇਹ ਸਰਕਾਰਾਂ ਨੂੰ ਵੀ ਪਤਾ। ਹਾਲਾਂਕਿ ਕਰਜ਼ਾ ਮਾਫੀ ਦੇ ਨਾਂ ਤੇ ਕੀ ਕੁਝ ਅੱਜ ਤੱਕ ਸਰਕਾਰਾਂ ਨੇ ਕੀਤਾ, ਸਰਕਾਰਾਂ ਬੜੇ ਵਧੀਆ ਤਰੀਕੇ ਨਾਲ ਜਾਣਦੀਆਂ ਨੇ। ਤੇ ਦੂਜੀ ਗੱਲ, ਜਿੰਨਾ ਯੋਗਦਾਨ ਅਸੀਂ ਸਾਰੇ ਲੋਕ ਮਿਲ ਕੇ ਇਸ ਸੰਘਰਸ਼ ਨੂੰ ਦੇ ਸਕਦੇ ਨੇ, ਤੇ ਉਹ ਸ਼ਾਇਦ ਇੱਕ ਆਪਣੇ ਆਪ 'ਚ ਦੇਖੋ ਅੰਦੋਲਨ ਛਿੜਿਆ ਹੋਇਆ ਇਸ ਵਕਤ, ਕਹਿੰਦੇ ਤਿਨਕੇ ਦੀ ਇਸ ਵਕਤ ਲੋੜ ਆ, ਤੇ ਤਿਨਕਾ ਜਿੰਨਾ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਸਾਰੇ, ਕਿਉਂਕਿ ਕਿਸਾਨ ਅੰਦੋਲਨ ਇੱਕ ਉੱਘ ਰੂਪ ਰਹਿ ਚੁੱਕਿਆ। ਜਦੋਂ ਤੱਕ ਕੋਈ ਜਨ ਸੈਲਾਬ ਤਾਂ ਹੀ ਉਭਰਦਾ ਜੇਕਰ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੋਵੇ। ਜੇ ਕੋਈ ਅਪਡੇਸ਼ਨ ਵੀ ਕਰਨਾ ਸਰਕਾਰ ਨੂੰ ਤਾਂ ਜਲਦ ਕਰ ਦੇਣਾ ਚਾਹੀਦਾ, ਕਿਉਂਕਿ ਲੱਖਾਂ ਕਰੋੜਾਂ ਦਾ ਨੁਕਸਾਨ ਕਿਸਾਨੀ ਦੇਖੋ ਪੂਰੀ ਠੱਪ ਪਈ ਆ। ਅਰਥ ਵਿਵਸਥਾ ਦਾ ਕੀ ਕੁਝ ਹਾਲਾਤ ਨੇ, GDP ਦੀ ਕਿੱਥੇ ਸਥਿਤੀ ਬਣੀ ਹੋਈ ਆ, ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਆ, ਸੋਨੇ ਦੀ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ। ਤੇ ਜਿਹੜਾ ਮੇਨ ਸੋਨਾ ਕਿਹਾ ਜਾਂਦਾ, ਸੋਨੇ ਦੀ ਚਿੜੀਆ ਜਿਸ ਕਰਕੇ ਭਾਰਤ ਨੂੰ ਕਿਹਾ ਜਾਂਦੇ ਸੀ, ਉਹ ਲਹਿਰਾਉਂਦੀਆਂ ਫਸਲਾਂ ਜਿੰਨੀਆਂ ਵੀ ਸੀਗੀਆਂ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਹੀ ਹੁਣ ਦੇਸ਼ ਨੂੰ, ਮੁਲਕ ਨੂੰ ਜਿਹੜਾ ਸੋਨੇ ਦੀ ਚਿੜੀਆ ਤਾਂ ਹੀ ਕਿਹਾ ਜਾਏਗਾ ਜਾਂ ਕਿਹਾ ਜਾਂਦਾ ਸੀ। ਤੇ ਹੁਣ ਕਿਉਂ ਨਹੀਂ ਕਿਹਾ ਜਾਂਦਾ, ਇਹ ਜਿਹੜੇ ਮਾਹਿਰ ਨੇ ਉਹਨਾਂ ਨੂੰ ਭਲੀਭਾਂਤੀ ਪਤਾ, ਕਿਉਂਕਿ ਕਣਕ ਦਾ ਰੰਗ ਜਦ ਦਿਸਦਾ ਭਰੀ ਧੁੱਪ ਦੇ ਵਿੱਚ ਤਾਂ ਉਹ ਸੋਨੇ ਵਰਗਾ ਹੀ ਦਿਸਦਾ। ਭਾਵੇਂ ਉਹ ਝੋਨੇ ਦੀ ਫਸਲ ਜਦ ਪੂਰੀ ਤਿਆਰ ਹੋ ਜਾਂਦੀ ਤਾਂ ਉਹ ਜਦ ਖਿਲਦੀ ਹੈ ਤਾਂ ਉਹਦੀ ਜਿਹੜੀ ਰੰਗ ਹੁੰਦਾ ਜਾਂ ਸਰੋਂ ਦਾ ਰੰਗ ਕਿਹੋ ਜਿਹਾ ਹੁੰਦਾ, ਤਾਂ ਉਹ ਸੋਨੇ ਵਰਗਾ ਹੀ ਵਿਖਦਾ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਇਸ ਫਸਲ ਦਾ ਰੰਗ ਜਿਹੜਾ ਉਹ ਚਾਂਦੀ ਵਰਗਾ। ਤੇ ਹੁਣ ਜੋ ਸਥਿਤੀ ਜਾਂ ਜੋ ਕੰਡੀਸ਼ਨ ਸਰਕਾਰ ਦੀ ਬਣੀ ਹੋਈ ਆ, ਜੋ ਕੰਡੀਸ਼ਨਾਂ ਸਰਕਾਰ ਚਾਹੁੰਦੀ ਆ, ਤੇ ਇਸ ਅੰਦੋਲਨ ਨੂੰ ਰੋਕਣ ਦਾ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ। ਕਿਉਂਕਿ ਪ੍ਰੈਸ ਕਾਨਫਰੰਸ ਵੀ ਅੱਜ ਇਸ ਮਸਲੇ ਤੇ ਇੰਨੇ ਦਿਨਾਂ ਬਾਅਦ ਕੀਤੀ ਗਈ ਹੈ। ਰਾਜਨੀਤਿਕ ਬਿਆਨਾਂ ਤੁਸੀਂ ਗੱਲ ਕਰਦੇ ਹੋ, ਦੇਖੋ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਜੇਕਰ ਕੋਈ ਹੋਰ ਪਾਰਟੀ ਅੰਦੋਲਨ ਕਰਦੀ ਹੈ ਜਾਂ ਸੰਘਰਸ਼ ਕਰਦੀ ਹੈ ਜਾਂ ਕਿਸੇ ਮਿਨਿਸਟਰ ਦਾ ਜਾਂ ਕਿਸੇ BJP ਦਫ਼ਤਰ ਦਾ, BJP ਲੀਡਰਾਂ ਦਾ ਕਿਸੇ ਦਾ ਘਿਰਾਅ ਕਰਦੀ ਹੈ, ਤਾਂ ਉੱਥੇ ਕੀ ਕੁਝ ਹੁੰਦਾ, ਕਿੱਦਾਂ ਪਾਣੀ ਦੀਆਂ ਬਛਾਰਾਂ ਹੁੰਦੀਆਂ ਨੇ, ਕਿੱਦਾਂ ਗ੍ਰਿਫਤਾਰੀਆਂ ਹੁੰਦੀਆਂ ਨੇ, ਕਿਵੇਂ ਧੱਕਾ ਮੁੱਕੀ ਹੁੰਦੀਆਂ ਨੇ। ਇਹ ਅਸੀਂ ਦਰਸ਼ਕਾਂ ਨੂੰ ਵੀ ਤਸਵੀਰਾਂ ਦੱਸੀਆਂ ਨੇ। ਅੱਜ ਚੰਡੀਗੜ੍ਹ 'ਚ ਕਿੱਦਾਂ ਕਿ ਜਦ ਕਾਂਗਰਸ ਦੇ ਵਿਧਾਇਕ BJP ਦਫ਼ਤਰ ਦਾ ਘਿਰਾਅ ਕਰਨ ਜਾ ਰਹੇ ਸੀ ਤਾਂ ਉਹਨਾਂ ਤੇ ਕਿੱਦਾਂ ਪਾਣੀ ਦੀਆਂ ਬਛਾਰਾਂ ਜਾਂ ਕਿੱਦਾਂ ਧੱਕਾ ਮੁੱਕੀ ਹੋਈ। ਪਾਣੀ ਦੀ ਬਛਾਰਾਂ ਪਿਛਲੇ ਕੱਲ BJP ਜਿਹੜਾ 33 ਸੈਕਟਰ ਚੰਡੀਗੜ੍ਹ 'ਚ ਆਫਿਸ ਆ ਉੱਥੇ ਹੋਈਆਂ, ਤੇ ਅੱਜ BJP ਪੰਜਾਬ ਜਿਹੜਾ ਦਫ਼ਤਰ ਆ ਉਹਦੇ ਬਾਹਰ ਕਿੱਦਾਂ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀਆਂ। ਉਹ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਆਂ ਨੇ। ਤੇ ਇਹੀ ਹੈ ਕਿ ਰਾਜਨੀਤਿਕ ਜਿਹੜਾ ਅਖਾੜਾ ਬਣਾਉਣਾ ਚਾਹੁੰਦੇ ਨੇ ਉਹ ਨਾ ਕਰਨ, ਜਿਹੜੀ ਆਪਣੀ ਸਿਆਸਤ ਸਿੱਖਣਾ ਚਾਹੁੰਦੇ ਨੇ, ਸਿਆਸੀ ਰੋਟੀਆਂ ਸਿੱਖਣਾ ਚਾਹੁੰਦੇ ਨੇ, ਉਹ ਇਹੋ ਜਿਹਾ ਨਾ ਕਰਨ। ਤੇ ਕਿਸਾਨਾਂ ਦੇ ਹੱਕ ਵਿੱਚ ਤੇ ਲੋਕਾਂ ਦੇ ਹੱਕ ਵਿੱਚ ਦੇਸ਼ ਦੀ ਭਲਾਈ ਲਈ ਕੀ ਸਹੀ ਆ ਉਹਦੇ ਬਾਰੇ ਸੋਚੋ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਪਰ ਕਿਸਾਨ ਆਪਣੀਆਂ ਹੱਕਾਂ ਨੂੰ ਲੈ ਕੇ, ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ, ਤੇ ਕੇਂਦਰ ਸਰਕਾਰ ਆਪਣੀ ਤਰਕ ਤੇ ਅੜੀ ਹੋਈ ਹੈ। ਹੁਣ ਦੇ ਲਈ ਫਿਲਹਾਲ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ।